ਸੈਰ ਕਰਦੇ ਹਾਂ ਬਿਨਾਂ ਸੋਟੀ ਤੋਂ ਅਸੀਂ ਆ ਨਹੀਂ ਸਕਦੇ, ਕਿਉਂਕਿ ਸਵੇਰ ਨੂੰ ਵੀ ਬਹੁਤ ਕੁੱਤੇ ਹੁੰਦੇ ਆ, ਸ਼ਾਮ ਨੂੰ ਵੀ ਬਹੁਤ ਜ਼ਿਆਦਾ ਹੁੰਦੇ ਆ। ਕੁੱਤੇ ਭੌਂਕਦੇ ਆ, ਬੱਚੇ ਬਹੁਤ ਡਰਦੇ। ਜਿਹੜੇ ਅਵਾਰਾ ਕੁੱਤੇ ਆ ਉਹਨਾਂ ਨੂੰ ਵੀ ਪ੍ਰਸ਼ਾਸਨ ਨੂੰ ਚਾਹੀਦਾ ਵਾ ਵੀ ਉਹ ਲੈ ਕੇ ਜਾਣ। ਕੁੱਤੇ ਵੀ ਇੰਨੇ ਵੱਡੇ ਵੱਡੇ ਨੇ ਜਿਨ੍ਹਾਂ ਨੂੰ ਦੇਖ ਕੇ ਡਰ ਲੱਗਦਾ ਹੈ, ਔਰ ਇਸ ਤਰ੍ਹਾਂ ਲੱਗਦਾ ਵੀ ਬੰਦਾ ਕੁੱਤਿਆਂ ਨੂੰ ਨਹੀਂ ਕੰਟਰੋਲ ਕਰ ਰਿਹਾ, ਕੁੱਤੇ ਬੰਦੇ ਨੂੰ ਖਿੱਚ ਕੇ ਲੈ ਕੇ ਜਾ ਰਹੇ ਨੇ। ਜਿਹੜਾ ਸਟ੍ਰੇ ਡੌਗ ਦੀ ਜਿਹੜੀ ਸਮੱਸਿਆ ਹੈਗੀ ਉਹ ਸਿਰਫ ਕਲੋਨੀ ਦੀ ਨਹੀਂ ਹੈਗੀ, ਉਹ ਆਲ ਓਵਰ ਇੰਡੀਆ ਦੀ। ਤੁਸੀਂ ਡੌਗ ਨੂੰ ਕੁਝ ਵੀ ਨਹੀਂ ਕਰ ਸਕਦੇ। ਡੌਗ ਜਿਹੜੇ ਹੈ ਅਸੀਂ ਇੱਕ ਉਹਨਾਂ ਨੂੰ ਆਪਣਾ ਮੈਂਬਰ ਫੈਮਿਲੀ ਸਮਝਦੇ ਹਾਂ। ਮੇਰੇ ਕੋਲ 2 ਡੌਗ ਸੀਗੇ। ਸਾਡਾ ਘਰ ਹੈ ਉਹ ਬਿਲਕੁਲ ਆਈਸੋਲੇਟਡ ਹੈ। ਅਨਫੋਰਚੂਨੇਟਲੀ ਇੱਕ ਨੂੰ ਇੱਥੇ ਸਾਡੇ ਕਿਸੇ ਰੈਜ਼ੀਡੈਂਟ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ। ਡੀਸੀ ਸਾਹਿਬ ਨੂੰ ਮਿਲੀ ਆ, ਏਡੀਸੀ ਸਾਹਿਬ ਨੇ ਬੜਾ ਅੱਛਾ ਰਿਸਪੌਂਸ ਦਿੱਤਾ, ਪਰ ਪਤਾ ਨਹੀਂ ਫਿਰ ਕੀ ਵਿੱਚ ਹੇਰ-ਫੇਰ ਹੋ ਜਾਂਦਾ ਹੈ। ਮੈਨੂੰ ਕਿਸੇ ਅਪਰੋਚ ਨਹੀਂ ਕੀਤਾ। ਇਹਨਾਂ ਸੜਕਾਂ ਤੋਂ ਨਗਰ ਕੀਰਤਨ ਲੰਘਦੇ ਨੇ, ਇਹਨਾਂ ਤੋਂ ਸ਼ੋਭਾ ਯਾਤਰਾ ਲੰਘਦੀਆਂ ਨੇ, ਤੇ ਅਸੀਂ ਤੇ ਬੜੇ ਪਛਤਾ ਰਹੇ ਹਾਂ ਵੀ ਬਹੁਤੇ ਪੜ੍ਹੇ ਲਿਖੇ ਲੋਕਾਂ 'ਚ ਵੀ ਨਹੀਂ ਰਹਿਣਾ ਚਾਹੀਦਾ। ਪਰ ਇੱਥੇ ਅਸੀਂ ਵੇਲੇ ਕੁ ਵੇਲੇ ਸਾਰਿਆਂ ਨੂੰ ਦੱਸਦੇ ਹਾਂ, ਪਰ ਫਿਰ ਵੀ ਇਹ ਜਿਹੜੇ ਵਸਨੀਕ ਨੇ ਇਹ ਸਾਡਾ ਸਾਥ ਨਹੀਂ ਦੇ ਰਹੇ ਸਰ। ਸਤਿ ਸ਼੍ਰੀ ਅਕਾਲ ਜੀ, ਮੈਂ ਸੌਰਵ ਮੜੀਆ, ਐਕਟ 19 ਨਿਊਜ਼ ਟੀਵੀ ਲੈ ਕੇ ਆਇਆ ਅੱਜ ਅਰਬਨ ਸਟੇਟ ਦੇ ਵਿੱਚ ਇੱਕ ਬਹੁਤ ਹੀ ਗੰਭੀਰ ਇੱਥੇ ਪ੍ਰੋਬਲਮ ਜਿਹੜੀ ਕ੍ਰੀਏਟ ਹੋਈ ਹੋਗੀ ਕੁੱਤਿਆਂ ਦੀ, ਔਰ ਇੱਥੇ ਦੇ ਜਿਹੜੇ ਵਾਸੀ ਹੈਗੇ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ। ਉਹ ਦੱਸਣਗੇ ਇਹ ਸਮੱਸਿਆ ਕੀ ਹੈ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਮ ਕੀ ਸਮੱਸਿਆ ਤੁਹਾਨੂੰ? ਸਮੱਸਿਆ ਇਹ ਹੈ ਕਿ ਇੱਥੇ ਜਦੋਂ ਵੀ ਸੈਰ ਕਰਦੇ ਹਾਂ ਬਿਨਾਂ ਸੋਟੀ ਤੋਂ ਅਸੀਂ ਆ ਨਹੀਂ ਸਕਦੇ, ਕਿਉਂਕਿ ਸਵੇਰ ਨੂੰ ਵੀ ਬਹੁਤ ਕੁੱਤੇ ਹੁੰਦੇ ਆ, ਸ਼ਾਮ ਨੂੰ ਵੀ ਬਹੁਤ ਜ਼ਿਆਦਾ ਹੁੰਦੇ ਆ ਜੀ। ਜੇ ਇਕੱਲੇ ਹੋਵੋ ਤਾਂ ਡਰ ਹੀ ਲੱਗਦਾ ਰਹਿੰਦਾ ਕਿ ਕੋਈ ਮਗਰ ਨਾ ਪੈ ਜਾਏ। ਔਰ ਮੈਮ ਤੁਸੀਂ ਦੱਸੋ ਪਲੀਜ਼ ਸਮੱਸਿਆ ਬਾਰੇ। ਜੀ ਜਦੋਂ ਕੁੱਤੇ ਭੌਂਕਦੇ ਆ, ਬੱਚੇ ਬਹੁਤ ਡਰਦੇ, ਮਗਰ ਦੌੜਦੇ ਸਕੂਟਰੀਆਂ ਦੇ, ਕਈ ਵਾਰੀ ਬੱਚੇ ਡਿੱਗ ਵੀ ਜਾਂਦੇ। ਅੱਛਾ। ਹਾਂਜੀ, ਇਹ ਸਮੱਸਿਆ ਹੈ। ਔਰ ਉਹ ਕੋਈ ਗੰਦਗੀ ਪਾਉਂਦੇ ਇੱਥੇ? ਪੋਟੀਆਂ ਤੇ ਕਰਦੇ ਰਹਿੰਦੇ। ਹਾਂਜੀ ਮੈਮ, ਤੁਸੀਂ ਪਲੀਜ਼ ਇਹਦੇ ਬਾਰੇ ਸਮੱਸਿਆ ਬਾਰੇ ਦੱਸੋ। ਹਾਂਜੀ, ਇੱਥੇ ਡੌਗਸ ਬਹੁਤ ਫਿਰਦੇ ਨੇ ਤੇ ਇਹ ਜਿਹੜੇ ਹੈਗੇ ਇਹਨਾਂ ਨੂੰ ਮਤਲਬ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਇਹਨਾਂ ਦੀ। ਕੀ ਪ੍ਰੋਬਲਮਸ ਆਉਂਦੀਆਂ? ਦੇਖੋ ਜੀ, ਇੱਕ ਤਾਂ ਪੋਟੀ ਕਰਦੇ ਆ ਜੀ, ਤੇ ਜਦੋਂ ਬਾਹਰ ਨੂੰ ਨਿਕਲੀਦਾ ਤਾਂ ਪੈਰਾਂ ਨੂੰ ਲੱਗਦੀ ਆ, ਬੱਚੇ ਖੇਡਦੇ ਆ ਉਹ ਵੀ ਲਿਬੜਦੇ ਨੇ, ਤੇ ਦੂਸਰਾ ਹੈ ਵੀ ਕਈ ਵਾਰੀ ਉਹ ਕੱਟ ਵੀ ਲੈਂਦੇ ਆ, ਤੇ ਜਦੋਂ ਅਸੀਂ ਬਾਈਕ ਤੇ ਜਾਈਦਾ ਪਿੱਛੇ ਦੌੜਦੇ ਆ, ਤੇ ਕਈ ਤਾਂ ਪੈਟ ਡੌਗਸ ਆ ਉਹ ਲੋਕ ਵੀ ਨਹੀਂ ਆਪਣੇ ਸੰਭਾਲਦੇ। ਇਹ ਆ ਵੀ ਦੂਸਰਿਆਂ ਦੀਆਂ ਪਾਰਕਸ ਵਿੱਚ ਆ ਕੇ ਪੋਟੀ ਕਰਵਾਉਂਦੇ ਆ ਜੀ। ਇਹ ਤਾਂ ਬਹੁਤ ਗਲਤ ਗੱਲ ਆ ਨਾ। ਤੇ ਦੂਸਰਾ ਜਿਹੜੇ ਅਵਾਰਾ ਕੁੱਤੇ ਆ ਉਹਨਾਂ ਨੂੰ ਵੀ ਪ੍ਰਸ਼ਾਸਨ ਨੂੰ ਚਾਹੀਦਾ ਵਾ ਵੀ ਉਹ ਲੈ ਕੇ ਜਾਣ ਔਰ ਉਹਨਾਂ ਨੂੰ ਕਿਤੇ ਛੱਡਣ। ਹਾਂਜੀ ਸਰ, ਕੀ ਸਮੱਸਿਆ ਹੈ? ਪਹਿਲੀ ਗੱਲ ਤੇ ਵੀ ਮੈਂ ਬਲਵੰਤ ਸਿੰਘ ਪੁੱਡਾ ਦੇ ਵਿੱਚ, ਮੈਂ ਪੁੱਡਾ ਦਾ ਵਾਸੀ ਹਾਂ ਜੀ। ਉਹਦੇ 'ਚ ਇਹ ਹੈ ਵੀ ਜਿਹੜਾ ਇੱਥੇ ਤੁਸੀਂ ਸਾਡੇ ਅੱਜ ਇੰਟਰਵਿਊ ਲੈ ਰਹੇ ਹੋ ਨਾ, ਇਹ ਬਹੁਤ ਮਹੱਤਵਪੂਰਨ ਹੈ। ਇਹਦੇ ਵਿੱਚ ਇਹ ਹੈ ਵੀ ਜਿੰਨਾ ਵੀ ਆ ਲੋਕਾਂ ਨੇ ਰੱਖੇ ਨਾ ਕੁੱਤੇ ਰੱਖੇ ਹੋਏ ਆ, ਉਹ ਇੰਨੀ ਗੰਦਗੀ ਪਾਉਂਦੇ ਕਿ ਇੱਥੋਂ ਦੀ ਜਾਣਾ ਵੀ ਬਹੁਤ ਮੁਸ਼ਕਿਲ ਹੈ। ਅਸੀਂ ਕਰਦੇ ਹੈਗੇ ਆ ਇੱਥੋਂ ਦੀ ਸੈਰ, ਲੇਕਿਨ ਉਹਨਾਂ ਦੀ ਬਦਬੂ ਹੀ ਇੰਨੀ ਆਉਂਦੀ ਆ ਵੀ ਲੋਕ ਹਟ ਗਏ ਇੱਥੋਂ, ਸੈਰ ਕਰਨ ਨੂੰ ਹੀ ਹਟ ਗਏ ਆ। ਉਹ ਪਰੇ ਪਾਰਕ ਵੱਲ ਚੱਲ ਜਾਂਦੇ ਜਾਂ ਕਿਸੇ ਹੋਰ ਪਾਸੇ ਚੱਲ ਜਾਂਦੇ ਆ। ਕਿ ਅਵਾਰਾ ਕੁੱਤਿਆਂ ਦਾ ਤਾਂ ਕੋਈ ਅੰਤ ਹੀ ਨਹੀਂ, ਇੱਥੇ ਬਹੁਤ ਵੱਢਦੇ ਆ। ਤੇ ਜਿਹੜੇ ਇੱਥੇ ਦੇ ਵਸਨੀਕਾਂ ਨੇ ਆਪਣੇ ਘਰੇ ਕੁੱਤੇ ਰੱਖੇ ਹੋਏ ਆ, ਉਹਨਾਂ ਦਾ ਤਾਂ ਬੁਰਾ ਹੀ ਹਾਲ ਹੈ ਨਾ। ਦੇਖੋ ਕਿਹੜੇ ਬਲਬੂਦਰ 'ਚ ਰੱਖੇ ਹੋ। ਮੈਂ ਤੁਹਾਨੂੰ ਦੱਸਦਾ, ਇੱਕ ਵਾਰੀ ਤਾਂ ਮੇਰੇ ਕੋਲ ਲੈ ਕੇ ਜਾ ਰਿਹਾ ਸੀ ਨਾਲ ਮੁੰਡਾ ਇੱਕ, ਤੇ ਉਹਨੇ ਮੇਰੇ ਲੱਤ ਫੜ ਲਈ। ਲੱਤ ਫੜ ਕੇ ਮੈਂ ਸਾਈਕਲ ਤੇ ਸੀਗਾ, ਪਜਾਮਾ ਉਹਦੇ ਮੂੰਹ 'ਚ ਆ ਗਿਆ, ਨਹੀਂ ਤਾਂ ਮੇਰੀ ਲੱਤ ਖਾ ਗਿਆ ਸੀ ਉਹ। ਜੀ ਮੈਮ, ਤੁਹਾਡਾ ਸ਼ੁਭ ਨਾਮ? ਜਸਵਿੰਦਰ ਕੌਰ ਬਾਜਵਾ ਜੀ। ਬਾਜਵਾ ਜੀ, ਕੀ ਸਮੱਸਿਆ ਤੁਹਾਨੂੰ? ਸਮੱਸਿਆਵਾਂ ਤੇ ਬਹੁਤ ਜ਼ਿਆਦਾ ਨੇ, ਪਰ ਸਭ ਤੋਂ ਵੱਡੀ ਸਮੱਸਿਆ ਸਾਡੀ ਹੈਲਥ ਨਾਲ ਸੰਬੰਧਿਤ ਹੈ ਕਿ ਜਿਹੜੇ ਇੱਥੇ ਲੋਕਾਂ ਨੇ ਨਾ, ਅਮੀਰ ਲੋਕਾਂ ਦੀ ਕਲੋਨੀ ਹੈ ਜੀ, ਬੜੇ ਮਹਿੰਗੇ ਸ਼ੌਂਕ ਪਾਲੇ ਨੇ, ਕੁੱਤੇ ਰੱਖੇ ਵੱਡੇ ਵੱਡੇ, ਤੇ ਉਹਨਾਂ ਨੂੰ ਅੱਛੀ ਡਾਈਟ ਦਿੰਦੇ ਨੇ, ਲੇਕਿਨ ਪੋਟੀ ਕਰਾ ਕੇ ਜਾਂਦੇ ਸੜਕਾਂ ਤੇ। ਬੇਸ਼ੱਕ ਮੇਰੇ ਘਰ ਦਾ ਰੈਂਪ ਹੈ, ਮੇਰੀ ਗ੍ਰੀਨ ਬੈਲਟ ਹੈ, ਰਿੰਗ ਰੋਡ, ਔਰ ਤੁਸੀਂ ਸਭ ਤੋਂ ਵੱਡਾ ਦੇਖੋ ਕੁੱਤਾ ਕਿੱਡਾ ਵੱਡਾ ਸ਼ੇਰ ਜਾਣ ਡਿਆ, ਇਹਨੂੰ ਖਵਾਉਂਦੇ ਪੂਰਾ ਨੇ ਆਪਣੇ ਘਰ 'ਚ, ਤੇ ਪੋਟੀ ਇੱਥੇ ਕਰਾਉਣ ਆਉਂਦੇ ਨੇ। ਔਰ ਜੇ ਇਹਨਾਂ ਨੂੰ ਕਹੋ ਨਾ ਵੀ, ਤੇ ਫਿਰ ਅੱਗੋਂ ਪੈਂਦੇ ਨੇ ਜੀ, ਪੈਂਦੇ ਨੇ ਸਾਨੂੰ। ਤੇ ਸਾਨੂੰ ਤੇ ਇਹੋ ਹੀ ਹੈ ਵੀ ਇੱਕ ਸਮਾਜਿਕ ਜਿਹੜੀ ਹੈ ਸਾਡੇ 'ਚ ਪ੍ਰੋਬਲਮ ਨਾ ਆਵੇ ਰਿਸ਼ਤਿਆਂ 'ਚ। ਤੁਸੀਂ ਡੀਸੀ ਸਾਹਿਬ, ਏਡੀਸੀ ਸਾਹਿਬ ਕੋਲ ਗਏ ਸੀਗੇ? ਫਿਰ ਡੀਸੀ ਸਾਹਿਬ ਨੂੰ ਮਿਲੀ ਆ, ਏਡੀਸੀ ਸਾਹਿਬ ਨੇ ਬੜਾ ਅੱਛਾ ਰਿਸਪੌਂਸ ਦਿੱਤਾ। ਪਿਛਲੀ 15 ਤਰੀਕ ਨੂੰ ਮੈਂ ਮਿਲ ਕੇ ਆਈ ਹਾਂ, 15 ਜੁਲਾਈ ਨੂੰ,
ਤੇ ਉਹ ਕਹਿਣ ਲੱਗੇ ਜੀ ਤੁਹਾਨੂੰ ਕੰਟੈਕਟ ਕਰਨਗੇ, ਬੰਦੇ ਆਉਣਗੇ ਤੇ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਏਗਾ। ਜੀ ਪਰ ਪਤਾ ਨਹੀਂ ਫਿਰ ਕੀ ਵਿੱਚ ਹੇਰ-ਫੇਰ ਹੋ ਜਾਂਦਾ ਹੈ। ਮੈਨੂੰ ਕਿਸੇ ਅਪਰੋਚ ਨਹੀਂ ਕੀਤਾ, ਮੈਂ ਕਿਤੇ ਕੋਈ ਆਪਣੇ ਆਪ ਨੂੰ ਇੰਪੋਰਟੈਂਟ ਨਹੀਂ ਸ਼ੋਅ ਕਰਨਾ ਚਾਹੁੰਦੀ। ਸਿਰਫ ਇਹ ਹੈ ਕਿ ਸਾਡੀ ਇਹ ਸੁਸਾਇਟੀ ਜਿਹੜੀ ਮਤਲਬ ਇਹ ਕਲੋਨੀ ਹੈ ਰਹਿਣ ਲਾਇਕ ਜ਼ਰੂਰ ਹੋਵੇ। ਜੀ ਫਿਰ ਦੇਖੋ ਸਭ ਤੋਂ ਵੱਡੀ ਬਸ਼ਰਮੀ ਦੀਆਂ ਗੱਲਾਂ ਕੀ ਨੇ, ਇਹਨਾਂ ਸੜਕਾਂ ਤੋਂ ਨਗਰ ਕੀਰਤਨ ਲੰਘਦੇ ਨੇ, ਇਹਨਾਂ ਤੋਂ ਸ਼ੋਭਾ ਯਾਤਰਾ ਲੰਘਦੀਆਂ ਨੇ, ਤੇ ਕਿਸੇ ਨੂੰ ਨਾ ਕਿਸੇ ਗੁਰਦੁਆਰਾ ਕਮੇਟੀ ਨੂੰ ਇਸ ਗੱਲ ਦੀ ਸੋਚ ਹੈ, ਨਾ ਕਿਸੇ ਮੰਦਿਰ ਕਮੇਟੀ ਨੂੰ ਸੋਚ ਹੈ, ਨਾ ਕਿਸੇ ਨੂੰ ਆਪਣੀ ਸਮਝ ਹੈ। ਕਮੇਟੀ ਵਾਲੇ ਕੁੱਤੇ ਰੱਖੇ ਹਾਂ, ਹਾਈਲੀ ਕੁਆਲੀਫਾਈਡ ਲੋਕ ਕਹਿਣਗੇ ਸਾਡੀਆਂ ਪੋਸਟਾਂ ਇਹ ਹੈ ਉਹ ਹੈ, ਤੇ ਅਸੀਂ ਤੇ ਬੜੇ ਪਛਤਾ ਰਹੇ ਹਾਂ ਵੀ ਬਹੁਤੇ ਪੜ੍ਹੇ ਲਿਖੇ ਲੋਕਾਂ 'ਚ ਵੀ ਨਹੀਂ ਰਹਿਣਾ ਚਾਹੀਦਾ। ਜੀ ਪ੍ਰੋਬਲਮਸ ਨੇ। ਥੈਂਕ ਯੂ ਸਰ। ਤੁਹਾਡੀ ਕੀ ਸਮੱਸਿਆ? ਮੈਂ ਐਡਵੋਕੇਟ ਏਪੀਐਸ ਬੇਦੀ, ਲਗਭਗ ਪਿਛਲੇ 14-15 ਸਾਲ ਤੋਂ ਇੱਥੇ ਹੋ ਗਏ ਨੇ ਰਹਿੰਦਿਆਂ ਨੂੰ। 103 ਨੰਬਰ ਹਾਊਸ ਹੈ ਮੇਰਾ, ਟੈਂਕੀ ਦੇ ਨੇੜੇ। ਇੱਥੇ ਦੀ ਮੇਨ ਸਮੱਸਿਆ ਜਿਹੜੀ ਹੈ, ਸਾਡੀ ਵੈਲਫੇਅਰ ਸੁਸਾਇਟੀ ਤੇ ਅੱਛਾ ਕੰਮ ਕਰ ਰਹੀ ਹੈ ਪੁੱਡਾ ਦੀ ਜਿਹੜੀ, ਅਸੀਂ ਬੜੀ ਵਾਰੀ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਵੀ ਸਾਡੇ ਆਸੇ-ਪਾਸੇ ਬਗੀਚੇ 'ਚ ਘਰ ਦੇ ਗੇਟ ਦੇ ਅੱਗੇ ਬਹੁਤ ਸਾਰੇ ਆਸੇ-ਪਾਸਿਓਂ ਲੋਕੀ ਪੁੱਡਾ ਦੇ ਜਿਹੜੇ ਵਾਸੀ ਨੇ ਉਹ ਆ ਕੇ ਗੰਦ ਫੈਲਾ ਜਾਂਦੇ ਨੇ, ਉਹਨਾਂ ਨੂੰ ਰੋਕਿਆ ਜਾਵੇ। ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਹੈ ਪਰ ਉਹਨਾਂ ਦੇ ਜਿਹੜੇ ਐਫਰਟਸ ਨੇ ਉਹ ਫਰੂਟਫੁਲ ਸਾਬਤ ਨਹੀਂ ਹੋਏ। ਕੁੱਤੇ ਵੀ ਇੰਨੇ ਵੱਡੇ ਵੱਡੇ ਨੇ ਜਿਨ੍ਹਾਂ ਨੂੰ ਦੇਖ ਕੇ ਹੀ ਡਰ ਲੱਗਦਾ ਹੈ, ਔਰ ਇਸ ਤਰ੍ਹਾਂ ਲੱਗਦਾ ਵੀ ਬੰਦਾ ਕੁੱਤਿਆਂ ਨੂੰ ਨਹੀਂ ਕੰਟਰੋਲ ਕਰ ਰਿਹਾ, ਕੁੱਤੇ ਬੰਦੇ ਨੂੰ ਖਿੱਚ ਕੇ ਲੈ ਕੇ ਜਾ ਰਹੇ ਨੇ। ਤੇ ਇਸ ਗੱਲ ਤੋਂ ਅਸੀਂ ਬੜੀ ਪਰੇਸ਼ਾਨੀ ਹੈ। ਮੈਂ ਆਪਣੇ ਘਰ ਦੇ ਬਾਹਰ ਪੇਟ 'ਤੇ ਪਲੇਟ ਵੀ ਲਗਾ ਰੱਖੀ ਸੀ ਬਈ ਕੁੱਤਿਆਂ ਵਾਲੇ ਇੱਥੇ ਸਾਵਧਾਨ ਰਹਿਣ, ਪੋਟੀ ਨਾ ਕਰਾਉਣ, ਲੇਕਿਨ ਉਹ ਸਮਾਈਲ ਦੇ ਕੇ ਲੰਘ ਜਾਂਦੇ ਨੇ। ਬੰਦੇ ਹੀ ਨਹੀਂ, ਇਹਨਾਂ ਦੇ ਵਿੱਚ ਲੇਡੀਜ਼ ਵੀ ਸ਼ਾਮਲ ਨੇ ਜਿਨ੍ਹਾਂ ਤੋਂ ਅਸੀਂ ਪੂਰੀ ਕਲੋਨੀ ਪਰੇਸ਼ਾਨ ਹੈ। ਮੇਰੀ ਸਭ ਤੋਂ ਪਹਿਲਾਂ ਇਹ ਸ਼ਿਕਾਇਤ ਹੈ ਵੀ ਸਾਡੀ ਗਲੀ ਦੇ ਵਿੱਚ ਜਿਹੜੇ ਡੌਗੀ ਪਾਲਤੂ ਰੱਖੇ ਹੋਏ ਨੇ ਉਹ ਸਾਡੀ ਗਲੀ ਵਾਲੇ ਤਾਂ ਕੇਅਰਲੈਸ ਵੱਲੋਂ ਉਹਨੂੰ ਘੁਮਾਉਂਦੇ ਆ। ਬੈਕ ਗਲੀਆਂ ਵਿੱਚੋਂ ਜਿਹੜੀ ਪਿੱਛੇ ਗਲੀਆਂ ਲੱਗਦੀਆਂ, ਕੋਈ ਆਸ-ਪਾਸ ਗਲੀਆਂ ਲੱਗਦੀਆਂ, ਉੱਥੋਂ ਵੀ ਡੌਗੀ ਨੂੰ ਰਾਤ ਨੂੰ ਜਾਂ ਸਾਡੇ ਤੋਂ ਜਦੋਂ ਅਸੀਂ ਬਾਹਰ ਨਹੀਂ ਨਿਕਲਦੇ ਤਾਂ ਉਦੋਂ ਵੀ ਘੁਮਾਇਆ ਜਾਂਦਾ, ਤੇ ਜਿਸ ਕਾਰਨ ਉਹ ਡੌਗੀ ਦੀ ਆਦਤ ਹੈ ਕਿਤੇ ਵੀ ਉਹ ਗੰਦਗੀ ਪਾਉਣ ਲੱਗਿਆ ਪੁੱਛਦਾ ਥੋੜ੍ਹੀ ਹੈ, ਉਹ ਤਾਂ ਜਾਨਵਰ ਹੈ, ਬੋਲ ਕੇ ਥੋੜ੍ਹੀ ਦੱਸੇਗਾ। ਇਹਨਾਂ ਨੂੰ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਜਾਂ ਤਾਂ ਪ੍ਰੋਪਰ ਜਗ੍ਹਾ 'ਤੇ ਘੁਮਾ ਕੇ ਲੈ ਕੇ ਜਾਣ, ਜਾਂ ਕਿਸੇ ਦੂਸਰੇ ਦੇ ਘਰ ਅੱਗੇ ਨਾ ਉਹਨੂੰ ਘੁਮਾਉਣ ਵੀ ਜਿਹੜਾ ਉੱਥੇ ਗੰਦਗੀ ਪਾਏ। ਅਰਬਨ ਐਸਟੇਟ ਵੈਲਫੇਅਰ ਸੁਸਾਇਟੀ ਕਮੇਟੀ ਦੇ ਚੀਫ ਮੈਂਬਰਸ ਮੇਰੇ ਨਾਲ ਜੁੜ ਚੁੱਕੇ ਨੇ, ਔਰ ਨਾਲ ਮੇਰੇ ਨਾਲ ਜੁੜ ਚੁੱਕੇ ਨੇ ਵਾਈਸ ਪ੍ਰੈਜ਼ੀਡੈਂਟ ਮਿਸਟਰ ਰਕੇਸ਼ ਸ਼ਰਮਾ ਜੀ, ਜੋ ਦੱਸਣਗੇ ਇਸ ਗੰਭੀਰ ਵਿਸ਼ੇ ਦੇ ਬਾਰੇ। ਸਰ ਨਮਸਕਾਰ। ਹਾਂਜੀ ਨਮਸਕਾਰ ਮੜੀਆ ਸਾਹਿਬ। ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਅਕਸਰ ਤੁਸੀਂ ਜਾਂ ਤੁਹਾਡੇ ਚੈਨਲ ਦੇ ਰਾਹੀਂ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਉਹਦਾ ਪਤਾ ਲੱਗਦਾ ਰਹਿੰਦਾ ਹੈ। ਨੋ ਡਾਊਟ ਇਹ ਪ੍ਰੋਬਲਮ ਬੜੀ ਵੱਡੀ ਆ। ਸਭ ਤੋਂ ਪਹਿਲਾਂ ਮੈਂ ਦੱਸਾਂ ਕਿ ਸਾਡੀ ਪੂਰੀ ਟੀਮ ਇਸ ਵੇਲੇ ਸਾਡੇ ਕੋਲ ਆ। ਸਾਡੇ ਪ੍ਰੈਜ਼ੀਡੈਂਟ ਡਾਕਟਰ ਰਣਜੀਤ ਰਾਏ ਜੀ, ਸਾਡੇ ਜਨਰਲ ਸਕੱਤਰ ਐਡਵੋਕੇਟ ਅਨੁਜ ਆਨੰਦ ਜੀ, ਸਾਡੇ ਕੈਸ਼ੀਅਰ ਸਾਹਿਬ ਸਵਰਨ ਸਿੰਘ ਮਠਾਰੂ ਜੀ, ਸਾਡੇ ਕੋਆਰਡੀਨੇਟਰ ਤੇ ਐਗਜ਼ੈਕਟਿਵ ਮੈਂਬਰ ਕੁਲਵਿੰਦਰ ਨਾਗਰਾ ਜੀ। ਸੋ ਪਹਿਲੀ ਤਾਂ ਗੱਲ ਇਹ ਹੈ ਕਿ ਚਲੋ ਮੈਂ ਵੀ ਦੇਖੀ ਹੈ ਇੰਟਰਵਿਊ ਉਹਨਾਂ ਦੀ। ਜੇ ਅਸੀਂ ਇਹ ਕਹੀਏ ਕਿ ਲੋਕੀ ਸਿੰਸੀਅਰ ਨਹੀਂ ਆ, ਤੇ ਲੋਕਾਂ ਦੀ ਸਿੰਸੀਅਰਿਟੀ ਇਹ ਹੈ ਕਿ ਮੜੀਆ ਸਾਹਿਬ ਤੁਹਾਨੂੰ ਕਿੰਨੀ ਦੇਰ ਹੋ ਗਈ ਅਰਬਨ ਸਟੇਟ 'ਚ ਆਉਂਦੇ ਹੋਏ? ਕੀ ਇੱਥੇ ਸਫਾਈ ਨਹੀਂ ਹੈ? ਬਿਲਕੁਲ ਸਫਾਈ। ਜਾਂ ਇੱਥੇ ਬਾਕੀ ਕੰਪੈਰੀਟਿਵਲੀ ਜਿਹੜਾ ਮਾਹੌਲ ਵਧੀਆ ਨਹੀਂ ਹੈ? ਜੀ। ਕੀ ਤੁਸੀਂ ਇਹ ਸਮਝਦੇ ਕਿ ਸਰਕਾਰਾਂ ਨੇ ਕੀਤਾ ਇਹ ਰੈਜ਼ੀਡੈਂਟਸ ਦੀ ਹੈਲਪ ਦੇ ਨਾਲ ਹੀ ਹੋਇਆ? ਅੱਜ ਵੀ ਤੁਸੀਂ 1 ਨੰਬਰ ਤੋਂ ਸ਼ੁਰੂ ਹੋ ਜਾਓ, ਸਾਡਾ ਪਹਿਲਾ ਬਲਾਕ 1 ਤੋਂ 24 ਆ। ਉੱਥੇ ਸਾਡੇ ਕੋਲ ਸਰਦਾਰ ਬਲਬੀਰ ਸਿੰਘ ਆ, ਡਾਕਟਰ ਅਨੂਪ ਜੀ ਆ, ਇੱਕ ਸਾਡੇ ਹੋਮਿਓਪੈਥੀ ਦੇ ਮੈਡਮ ਹੈਗੇ, ਡਾਕਟਰ ਹੈਗੇ, ਉਹ ਸਾਰਾ ਆਪਣਾ ਉਹ ਮੇਨਟੇਨ ਕਰ ਰਹੇ। ਉਸ ਤੋਂ ਅੱਗੇ ਤੁਸੀਂ ਆ ਜਾਓ, ਟੌਰਾ ਸਾਹਿਬ ਆਪਣਾ ਪਾਰਕ ਮੇਨਟੇਨ ਕਰ ਰਿਹਾ, ਦੁਆਬਾ ਜੀ ਦੇ ਨਾਲ 2-3 ਪਾਰਕ ਹੈਗੇ ਉਹ ਆਪਣਾ ਮੇਨਟੇਨ ਕਰਨ ਡੇ। ਸਾਡੇ ਬਿਲਕੁਲ ਸਾਹਮਣੇ ਅੰਮ੍ਰਿਤ ਅਰੋੜਾ ਜੀ ਆ, ਉਹਨਾਂ ਦੇ ਨਾਲ ਸਾਡੇ ਸਮੀਰ ਚੱਡਾ ਜੀ ਆ। ਤੁਸੀਂ ਦੇਖੋ ਕਿੰਨਾ ਉਹਨਾਂ ਨੇ ਸ਼ਾਨਦਾਰ ਜਿਹੜਾ ਪਾਰਕ ਮੇਨਟੇਨ ਕੀਤਾ। ਪਰ ਜਿਹੜੇ ਇਹ ਤੁਹਾਡੇ ਤੇ ਬਿਆਨਬਾਜ਼ੀਆਂ ਹੋ ਰਹੀਆਂ ਅੰਗੇਂਸਟ ਤੁਹਾਡੀ ਕਮੇਟੀ ਦੇ, ਇਹ ਤੁਹਾਡੇ ਵਸਨੀਕ ਹੀ ਕਰ ਰਹੇ ਆ। ਮੈਂ ਤਾਂ ਕਹਿੰਦਾ ਵਸਨੀਕ ਕਰ ਰਿਹਾ, ਪਰ ਜਿਹੜੀ ਉਹ ਇੱਕ ਗੱਲ ਸੀਗੀ ਨਾ ਕਿ ਲੋਕੀ ਰਿਸਪੌਂਸੀਬਲ ਨਹੀਂ ਆ। ਹੁਣ ਰਿਸਪੌਂਸੀਬਿਲਿਟੀ ਦੀ ਮੈਂ ਤੁਹਾਨੂੰ ਨਾ ਇੱਕ ਸਾਕਸ਼ਾਤ ਜਿਹੜੀ ਉਦਾਹਰਨ ਇਹ ਦਿੰਦਾ, ਜੇ ਤੁਸੀਂ ਇਹਨੂੰ ਫੋਕਸ ਕਰੋ ਜੀ ਜੀ, ਤੇ ਤੁਸੀਂ ਦੇਖੋਗੇ ਇਹ ਜਿਹੜੇ ਜੈਂਟਲਮੈਨ ਹੈਗੇ ਆ, ਇਹਨਾਂ ਦੇ ਹੱਥ 'ਚ ਕੀ ਆ? ਇਹ ਇੱਕ ਖੁਰਪਾ ਇਹਨਾਂ ਦੇ ਹੱਥ 'ਚ, ਦੂਸਰੇ ਹੱਥ 'ਚ ਇਹਨਾਂ ਨੇ ਸਟਿੱਕ ਫੜੀ ਹੋਈ ਆ। ਜੀ ਜੀ। ਹੁਣ ਇਹ ਮੋਰਲ ਸਿਵਿਕ ਸੈਂਸ ਹੈਗੀ ਆ। ਅਸੀਂ ਤੇ ਇਹਨਾਂ ਦੀ ਫੋਟੋ ਲਗਾ ਕੇ ਨੇ ਇਹਨਾਂ ਨੂੰ ਅਸੀਂ ਆਪਣਾ ਬ੍ਰਾਂਡ ਐਂਬੈਸਡਰ ਬਣਾਇਆ ਕਿ ਤੁਸੀਂ ਆਮ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਕਿ ਆਪਾਂ ਨੂੰ ਸਫਾਈ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਜੀ। ਹੁਣ ਤੀਸਰੀ ਜਿਹੜੀ ਗੱਲ, ਜੇ ਆਪਾਂ ਪੈਟ ਡੌਗ ਜਾਂ ਸਟ੍ਰੇ ਡੌਗ ਦੀ ਗੱਲ ਤੇ ਆ ਜਾਈਏ, ਜਿਹੜਾ ਸਟ੍ਰੇ ਡੌਗ ਦੀ ਜਿਹੜੀ ਸਮੱਸਿਆ ਹੈਗੀ ਉਹ ਸਿਰਫ ਕਲੋਨੀ ਦੀ ਨਹੀਂ ਹੈਗੀ, ਉਹ ਆਲ ਓਵਰ ਇੰਡੀਆ ਦੀ ਆ।
ਤੁਸੀਂ ਕਿਸ ਤਰ੍ਹਾਂ ਦੱਸੋ ਕਿਹੜਾ ਕਾਨੂੰਨ ਆ ਕਿ ਜਿਹਦੇ ਅਗੇਂਸਟ ਅਸੀਂ ਕੁਰੈਲਿਟੀ ਜਿਹੜੀ ਹੈ ਇਹਨਾਂ ਦੇ ਅਗੇਂਸਟ ਕਰ ਸਕਦੇ ਹਾਂ। ਤੁਸੀਂ ਡੌਗ ਨੂੰ ਪੁਸ਼ ਵੀ ਨਹੀਂ ਕਰ ਸਕਦੇ ਜੀ। ਅਸੀਂ ਤਾਂ ਫਿਰ ਜੇ ਔਨ ਕੈਮਰਾ ਔਨ ਰਿਕਾਰਡ ਜੇ ਕਿਤੇ ਇਹ ਗੱਲ ਆ ਜਾਂਦੀ ਕਿ ਆਪਾਂ ਕਿਸੇ ਤਰ੍ਹਾਂ ਦੀ ਕੁਰੈਲਿਟੀ ਕਰ ਰਹੇ ਹਾਂ ਡੌਗ ਦੇ ਨਾਲ, ਉਹ ਵੀ ਪਨਿਸ਼ੇਬਲ ਅਫੈਂਸ ਆ। ਕਰੰਟਲੀ ਕਪੂਰਥਲਾ ਦੇ ਵਿੱਚ ਹੀ ਇੱਕ ਹੋਇਆ 2 ਸਾਲ ਪਹਿਲਾਂ, ਇੱਕ ਲੜਕੇ ਨੇ ਉਹ ਬਾਈਕ ਦੇ ਥੱਲੇ ਕੁੱਤਾ ਆ ਕੇ ਮਰ ਗਿਆ ਤੇ 497 ਦਾ ਮੇਰਾ ਖਿਆਲ ਪਰਚਾ ਦਰਜ ਹੋਇਆ ਉੱਤੇ। ਅਨੂਜ ਜੀ ਨੂੰ ਜ਼ਿਆਦਾ ਵੈਸੇ ਇਹਦੇ ਬਾਰੇ ਪਤਾ ਵਾ। ਸੋ ਇਹ ਜਿਹੜੀ ਸਮੱਸਿਆ ਵਾ ਇਹ ਜੈਨੂਨ ਆ, ਅਸੀਂ ਮੰਨਦੇ ਹਾਂ। ਸਮੇਂ ਸਿਰ ਜਿਹੜੀ ਮਿਊਨਿਸਪੈਲਿਟੀ ਆ, ਸਾਡੇ ਜਿਹੜੇ ਏਡੀਸੀ ਸਾਹਿਬ ਸੀਗੇ, ਜਿਹੜੇ ਅੱਜ ਕੱਲ੍ਹ ਅਸਿਸਟੈਂਟ ਕਮਿਸ਼ਨਰ ਦੀਆਂ ਪਾਵਰਾਂ ਜਿਨ੍ਹਾਂ ਕੋਲ, ਉਹਨਾਂ ਨੂੰ ਵੀ ਅਸੀਂ ਮਿਲੇ ਹਾਂ, ਉਹਨਾਂ ਨੇ ਵੀ ਅਸ਼ੋਰ ਕੀਤਾ। ਹੁਣ ਜਿਹੜੀ ਇੱਕ ਗੱਲ ਆ ਰਹੀ ਨਾ ਕਿ ਵਿੱਚ ਟੈਕਨੀਕਲ ਪ੍ਰੋਬਲਮ ਕੀ ਆ ਰਹੀ ਆ, ਪਹਿਲੀ ਤਾਂ ਗੱਲ ਇਹ ਆ ਕਿ ਇਹ ਖਰਚੇ ਵਾਲਾ ਮਸਲਾ ਵਾ। ਸਰਕਾਰਾਂ ਪੈਸਾ ਲਾ ਕੇ ਨਹੀਂ ਰਾਜੀ ਤੇ ਸਾਡੇ ਵੀ ਹੱਥ ਵੱਜੇ ਹੋਏ ਆ। ਪਰ ਇਲਜ਼ਾਮ ਇਹ ਲੱਗ ਰਿਹਾ ਕਿ ਫੀਸ ਦੇਣ ਦੇ ਬਾਵਜੂਦ ਵੀ ਕਮੇਟੀ ਸਹਿਯੋਗ ਨਹੀਂ ਕਰ ਰਹੀ। ਮੜੀਆ ਸਾਹਿਬ, ਇਹ ਫੀਸ ਤੇ ਸਾਨੂੰ ਦੇ ਰਹੇ, ਤੁਸੀਂ ਉਨੇ ਫੰਡ ਹੀ ਇਕੱਠੇ ਕਰ ਰਹੇ ਜਿਹਦੇ ਨਾਲ ਅਸੀਂ ਸਿਕਿਉਰਿਟੀ ਮੇਨਟੇਨ ਕਰ ਰਹੇ ਹਾਂ। ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਜੇ ਮੇਰੇ ਕੋਲ ਪੈਸੇ ਵੀ ਹੋਣ ਤਾਂ ਵੀ ਮੈਂ ਆਪਣੇ ਲੈਵਲ ਤੇ ਜਾ ਕੇ ਸਟਰਲਾਈਜੇਸ਼ਨ ਪ੍ਰੋਗਰਾਮ ਨਹੀਂ ਚਲਾ ਸਕਦਾ ਅਨਟਿਲ ਅਨਲੈਸ ਸਰਕਾਰ ਇਹਦੇ ਵਿੱਚ ਕੋਆਪਰੇਟ ਨਹੀਂ ਕਰਦੀ। ਮਸਲਾ ਹੈਗਾ ਇਹ ਸਾਰਾ ਮਿਊਨਿਸਪਲ ਕਾਰਪੋਰੇਸ਼ਨ ਦਾ ਜੀ। ਤੇ ਕਾਰਪੋਰੇਸ਼ਨ ਜਾਂ ਸਰਕਾਰ ਸਾਨੂੰ ਜੋ ਹਦਾਇਤਾਂ ਦੇਗੀ ਜਾਂ ਜਿੱਥੇ ਸਾਨੂੰ ਸਹਿਯੋਗ ਕਰਨ ਨੂੰ ਕਹਿਣਗੇ ਅਸੀਂ ਕਰਾਂਗੇ। ਸਾਡੇ ਕੋਲ ਉਹਨਾਂ ਨੇ ਡਾਟਾ ਮੰਗਿਆ ਕਿ ਕਿੰਨੇ ਰੈਜ਼ੀਡੈਂਟ ਆ, ਲਗਭਗ ਕਿੰਨੇ ਕੁੱਤੇ ਆ, ਅਸੀਂ ਉਹਨਾਂ ਦਾ ਟਾਈਮ ਟੂ ਟਾਈਮ ਤੁਹਾਨੂੰ ਦਿਖਾਣਗੇ ਸਾਰੀ ਕੋਰਸਪੋਂਡੈਂਸ ਜਿਹੜੀ ਹੋਈ ਆ। ਹੁਣ ਰੈਜ਼ੀਡੈਂਟਸ 'ਚ ਇਹ ਕਹਿਣ ਅਸੀਂ ਨਹੀਂ ਕਰ ਰਹੇ, ਉਹ ਵੀ ਗੱਲ ਗਲਤ ਆ। ਹੁਣ ਇਹ ਹੈ ਕਿ ਆਊਟਕਮ ਜਿਹੜਾ ਹੈਗਾ ਉਹ ਜਿਹੜੀ ਬਾਲ ਆ ਉਹ ਸਾਡੇ ਕੋਰਟ 'ਚ ਨਹੀਂ ਹੈਗੀ, ਉਹ ਸਰਕਾਰ ਦੇ ਕੋਰਟ 'ਚ ਆ। ਸਾਨੂੰ ਸਰਕਾਰ ਸਵੇਰੇ ਕਹੇ ਕਿ ਇੱਥੇ ਅਸੀਂ ਜੇ ਸਟਰਲਾਈਜੇਸ਼ਨ ਪ੍ਰੋਗਰਾਮ ਚਾਲੂ ਕਰਨਾ ਤੇ ਸਾਡੀ ਕਮੇਟੀ ਜੋ ਵੀ ਸਾਨੂੰ ਡਿਊਟੀ ਲਾਊਗੀ ਸਰਕਾਰ ਅਸੀਂ ਕਰਾਂਗੇ ਜੀ। ਬਹੁਤ ਸ਼ੁਕਰੀਆ। ਸੋ ਦੇਖੋ, ਲੀਗਲੀ ਸੋਸਾਇਟੀ ਕੈਨੋਟ ਫਰੇਮ ਇਟਸ ਓਨ ਲਾਜ਼ ਰਿਗਾਰਡਿੰਗ ਡੌਗਸ। ਜੇ laws है, as Supreme Court ने भी कहा that local bodies, local authorities, they will frame the law. पोक्टा लॉ है, पेटा दा है, they are all favouring dogs. उससे ਆਪਾਂ ਕੁਝ ਨਹੀਂ ਕਰ ਸਕਦੇ। We cannot frame our laws. We cannot tell residents ਕਿ ਤੁਸੀਂ ਡੌਗ ਨੂੰ ਲੈਸ਼ ਕਰਕੇ ਰੱਖੋ। ਆਪਾਂ ਸਿਰਫ ਰਿਕਵੈਸਟ ਕਰ ਸਕਦੇ ਹੋ, ਆਪਾਂ ਕਰਦੇ ਰਹੇ। ਠੀਕ ਹੈ। ਰਾਦਰ ਜਿੱਦਾਂ ਕਿ ਡੌਗਸ ਨੂੰ ਕੁਝ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਾ, ਡੈਟ ਇਜ਼ ਅਗੇਂਸਟ ਦੀ ਲਾਅ। 427 428 IPC, ਪੋਕਟਾ ਐਕਟ ਸੈਕਸ਼ਨ 11, ਡੈਟ ਅਗੇਂਸਟ ਕਹਿੰਦੇ ਤੁਹਾਨੂੰ ਪਨਿਸ਼ਮੈਂਟ ਵੀ ਮਿਲ ਸਕਦੀ ਹੈ। ਅਸੀਂ ਲਾਇਸੈਂਸ ਮੇਨਟੇਨ ਕਰਦੇ ਹਾਂ ਐਂਡ ਰੈਗੂਲਰਲੀ ਆਪਾਂ ਚਿੱਠੀਆਂ ਪਾ ਰਹੇ ਹਾਂ DC ਸਾਹਿਬ ਨੂੰ, EO ਸਾਹਿਬ ਨੂੰ ਔਰ ਕਮਿਸ਼ਨਰ ਸਾਹਿਬ ਨੂੰ। ਰਾਦਰ ਕਮਿਸ਼ਨਰ ਸਾਹਿਬ ਨੇ ਸਾਨੂੰ ਐਸ਼ੋਰੈਂਸ ਦਿੱਤੀ ਸੀ ਕਿ ਆਹ ਕੰਮ ਆਪਾਂ ਸ਼ੁਰੂ ਕਰ ਲਾਂਗੇ। ਫਿਰ ਲਾਸਟਲੀ ਮਾਰਚ ਮੈਂ ਦੁਬਾਰਾ ਗਿਆ ਸੀ, ਉਹਨੇ ਕਿਹਾ ਸੀ ਕਿ ਥੋੜਾ ਟਾਈਮ ਹੋਰ ਦਿਓ ਕਿਉਂਕਿ ਹੁਣ ਸਰਕਾਰ ਦੀ ਕੰਸੈਂਟਰੇਸ਼ਨ ਕੋਵਿਡ ਦੀ ਤਰਫ ਹੋ ਗਈ ਹੈ। ਪਰ ਉਹਨੇ ਐਪਰੀਸ਼ੀਏਟ ਕੀਤਾ ਸੀ ਕਿ ਠੀਕ ਹੈ ਤੁਸੀਂ ਬਾਰ-ਬਾਰ ਆ ਰਹੇ ਹੋ ਐਂਡ ਇਟਸ ਅ ਜੈਨੂਇਨ ਰੀਜ਼ਨ। ਉਹਨਾਂ ਵੱਲੋਂ ਫਿਰ ਇੰਸ਼ੋਰੈਂਸ ਦਿੱਤੀ ਗਈ ਸੀ, ਬਟ ਉਹਨੇ ਕਿਹਾ ਸੀ ਹੁਣ ਥੋੜਾ ਕੋਵਿਡ ਦੇ ਟਾਈਮ 'ਤੇ ਸਾਨੂੰ ਕੋਆਪਰੇਟ ਕਰੋ, ਗਿਵ ਅਸ ਸਮ ਮੋਰ ਟਾਈਮ। ਰੈਗੂਲਰਲੀ ਆਪਾਂ ਕੋਰਸਪੋਂਡੈਂਸ ਕਰੀ ਜਾ ਰਹੇ ਹਾਂ, ਸਾਰੀ ਚਿੱਠੀਆਂ ਹੈਗੀ, ਰੈਗੂਲਰਲੀ ਆਪਾਂ ਜਾ ਰਹੇ ਆਪਾਂ ਵੈਟਰਨਰੀ ਡਾਕਟਰ ਨੂੰ ਮਿਲ ਕੇ ਆਏ ਹਾਂ। ਸੋ ਆਪਾਂ ਲਾਇਸੈਂਸ ਦਾ ਕਰ ਰਹੇ ਹਾਂ ਐਂਡ ਰੈਜ਼ੀਡੈਂਟਸ ਨੂੰ ਆਪਾਂ ਇੰਟੀਮੇਟ ਵੀ ਕੀਤਾ ਸੀ ਕਿ ਕੀ ਕਾਰਵਾਈ ਹੋ ਰਹੀ ਹੈ। ਰੈਗੂਲਰਲੀ WhatsApp ਦੇ ਥਰੂ, ਪਰਸਨਲ ਮੈਸੇਜ ਦੇ ਥਰੂ ਆਪਾਂ ਨੂੰ ਇੰਟੀਮੇਟ ਕਰ ਚੁੱਕੇ ਹਾਂ। ਕਾਨੂੰਨ ਤੁਸੀਂ ਸਮਝਾਇਆ ਹੋਣੇ ਕਿ ਕੁੱਤਿਆਂ ਨੂੰ ਨਹੀਂ ਅਸੀਂ ਮਾਰ ਸਕਦੇ, ਪਰ ਜਿਹੜੇ ਜਿਨ੍ਹਾਂ ਨੇ ਪਾਲਤੂ ਰੱਖੇ ਹੋਏ ਆ, ਸੜਕ ਤੇ ਜਾਂਦੇ ਹੋਏ ਗੰਦ ਪਾਉਂਦੇ ਜਾਂਦੇ ਆ, ਬਾਹਰ ਜਦੋਂ ਫੋਰਨ ਕੰਟਰੀਆਂ ਜਾਂਦੇ ਆ ਉਦੋਂ ਤਾਂ ਬਿਲਕੁਲ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਆ, ਇੱਥੇ ਉਹਨਾਂ ਨੂੰ ਕੀ ਪ੍ਰੋਬਲਮ ਆ ਜਾਂਦੀ ਹੈ? ਦੇਖੋ, ਉਧਰ ਤੇ ਕਾਨੂੰਨ ਦੀ ਗੱਲ ਆ ਗਈ। ਇੰਡੀਆ 'ਚ ਇਹਦਾ ਲਾਅ ਨਹੀਂ ਹੈ, ਨਾ ਲੋਕਲ ਅਥਾਰਟੀਜ਼ ਕੋਈ ਇਹਦਾ ਲਾਅ ਬਣਾਇਆ ਹੈ। ਨਹੀਂ, ਆਪਾਂ ਸਿਰਫ ਇਹ ਗੱਲ ਕਰ ਰਹੇ ਹਾਂ ਪਾਲਤੂ ਕੁੱਤਿਆਂ ਦੀ। ਠੀਕ ਹੈ, ਪਾਲਤੂ ਕੁੱਤਿਆਂ ਦੀ ਗੱਲ ਕਰ ਰਹੇ ਹਾਂ। ਪਾਲਤੂ ਕੁੱਤਾ ਇਹ ਕਹਿੰਦਾ ਕਿ ਆਪਾਂ ਰਿਕੁਐਸਟ ਕਰ ਸਕਦੇ ਹਾਂ, ਆਪਾਂ ਆ ਨਹੀਂ ਕਹਿ ਸਕਦੇ ਉਹਨਾਂ ਨੂੰ ਕਿ ਤੁਸੀਂ ਉਹਨਾਂ ਨੂੰ ਰੋਕ ਲਓ, ਤੁਸੀਂ ਪਾਰਕ 'ਚ ਨਹੀਂ ਵੜ ਸਕਦੇ, ਇਹਨੂੰ ਲੈਸ਼ ਕਰੋ, ਮਤਲਬ ਚੇਂਜ ਨਾਲ ਕਰੋ। ਆਪਾਂ ਸਿਰਫ ਰਿਕੁਐਸਟ ਕਰ ਸਕਦੇ। ਉਹ ਵੀ ਕਹਿੰਦੇ ਕਿ ਇਟ ਇਜ਼ ਦੇ ਸਿਵਿਕ ਰਿਸਪੌਂਸਿਬਿਲਿਟੀ, ਤੁਸੀਂ ਐਨਫੋਰਸ ਨਹੀਂ ਕਰ ਸਕਦੇ ਇਹਨਾਂ ਚੀਜ਼ਾਂ 'ਤੇ। ਇਟ ਇਜ਼ ਅ ਮੋਰਲ ਡਿਊਟੀ। ਉਹ ਕਹਿੰਦੇ ਆਲਰੇਡੀ ਮੋਰਲ ਡਿਊਟੀ ਹੈ ਉਹਨਾਂ ਲੋਕਾਂ ਜਿਹੜਾ ਪੈਟ ਓਨਰਸ ਹੈ, ਬਟ ਸੋਸਾਇਟੀ ਕੈਨੋਟ ਫੋਰਸ them. Neither society can frame their own laws. Local authorities ਦੇ law frame ਕਰਨੇ and we are working according to them. ਪਰ ਅਰਬਨ ਸਟੇਟ ਬਹੁਤ ਇੱਕ ਕਰੀਮ ਕਲੋਨੀ ਗਿਣੀ ਜਾਂਦੀ ਹੈ ਜਿੱਥੇ ਸਾਰੇ ਆਫੀਸਰ NRIs ਰਹਿੰਦੇ ਹੈਗੇ, ਪਰ ਬਾਹਰ ਜਾ ਕੇ ਲਾਅ ਵੀ ਪੂਰਾ ਨਿਭਾਉਂਦੇ ਨੇ, ਪਰ ਇੱਥੇ ਆ ਕੇ ਉਹਨਾਂ ਨੂੰ ਕੀ ਹੋ ਜਾਂਦਾ ਕਿ ਉਹ ਆਪਣਾ ਮੋਰਲ ਡਿਊਟੀ ਭੁੱਲ ਜਾਂਦੇ ਆ। ਦੇਖੋ, ਟਾਈਮ ਟੂ ਟਾਈਮ ਆਪਾਂ ਲੋਕਾਂ ਨੂੰ ਰਿਕੁਐਸਟ ਕੀਤੀ ਹੈ ਦੇ ਸ਼ੁਡ ਓਬੇ ਦੇ ਮੋਰਲ ਡਿਊਟੀਜ਼। ਠੀਕ ਹੈ, ਇਕੱਲਾ ਆਪਾਂ ਫੰਡਾਮੈਂਟਲ ਰਾਈਟਸ ਦੇ ਵੱਲ ਤਵੱਜੋ ਨਹੀਂ ਦੇਣੀ, ਫੰਡਾਮੈਂਟਲ ਡਿਊਟੀਜ਼ ਵੀ ਹੁੰਦੀ ਹੈ। ਆਪਾਂ ਰਿਕੁਐਸਟ ਕਰਦੇ ਰਹੇ ਹਾਂ ਕਿ ਪਲੀਜ਼ ਇਹਦਾ ਨਾ ਕਰੋ ਬਿਕੋਜ਼ ਕੁਝ ਰੈਜ਼ੀਡੈਂਟਸ ਨੂੰ ਪ੍ਰੋਬਲਮ ਆ ਰਹੀ ਹੈ। ਠੀਕ ਹੈ, ਬਾਕੀ ਇਜ਼ ਲਾਈਕ ਕਿ ਵੀ ਕੈਨੋਟ ਮੇਕ ਆਰ ਓਨ ਲਾਜ਼, ਵੀ ਕੈਨੋਟ ਫੋਰਸ ਅਪਨ। ਕੀ ਕਾਰਨ ਹੈ ਕਿ ਤੁਹਾਡੇ ਵਸਨੀਕ ਹੀ ਤੁਹਾਡੇ ਕੁਝ ਫੇਵਰ ਦੇ ਵਿੱਚ ਔਰ ਕੁਝ ਨਹੀਂ ਹੈਗੇ? ਦੇਖੋ, ਇਹ ਤਾਂ ਆਪਣੀ ਥਿੰਕਿੰਗ ਹਿਸਾਬ ਨਾਲ ਹੁੰਦਾ ਹੈ। ਮੈਜੋਰਟੀ ਦੇ ਰੈਜ਼ੀਡੈਂਟਸ
ਉਹ ਸਾਡੀ ਫੇਵਰ ਕਰਦੇ ਆ, ਨਾ ਹੀ ਤੁਸੀਂ ਕੋਈ ਜ਼ਿਆਦਾ ਗੰਦ ਦੇਖੋਗੇ। ਕਈ ਵਾਰ ਹੁੰਦਾ ਕਿ ਦੇ ਆਰ ਟੂ ਟਾਈਪ ਆਫ ਪੀਪਲ, ਸਮ ਐਨੀਮਲ ਲਵਰ, ਸਮ ਐਨੀਮਲ ਹੇਟਰਸ ਆਲਸੋ। ਉਹਨਾਂ ਨੂੰ ਹਰ ਚੀਜ਼ ਨਾਲ ਮਤਲਬ ਐਨੀਮਲ ਕੇ ਨਾਲ ਇੱਕ ਹੇਟ ਕ੍ਰੀਏਟ ਹੁੰਦੀ ਹੈ। ਠੀਕ ਹੈ, ਟਾਈਮ ਟਾਈਮ ਸਵੀਪਰਸ ਆਉਂਦੇ, ਸਾਰੀ ਕਲੀਨਿੰਗ ਹੁੰਦੀ ਹੈ, ਕੋਈ ਸਾਰੇ ਰੈਜ਼ੀਡੈਂਟਸ ਰਿਸਪੌਂਸਿਬਲ ਹੈ। ਤੁਸੀਂ ਕਦੀ ਦੇਖੋਗੇ ਕਿਸੇ ਰੈਜ਼ੀਡੈਂਟ ਸੇ ਆ ਕੇ ਕਿਸੇ ਕੋਠੀ 'ਤੇ ਆ ਕੇ ਕੋਈ ਗੰਦ ਕਰਵਾ ਰਿਹਾ, ਕੋਈ ਨਹੀਂ ਇਹਦਾ ਕਰਦਾ। ਤੁਸੀਂ ਆਪ ਬਾਰ-ਬਾਰ ਆਉਂਦੇ ਰਹੇ, ਦੇਖੋ ਇਟਸ ਦੀ ਮੋਸਟ ਕਲੀਨ ਏਰੀਆ ਆਫ ਕਪੂਰਥਲਾ। ਡਾਕਟਰ ਰਣਜੀਤ ਰਾਏ ਪ੍ਰੈਜ਼ੀਡੈਂਟ ਜਿਹੜੇ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ, ਉਹ ਹੁਣ ਦੱਸਣਗੇ ਇਸ ਸਮੱਸਿਆ ਦੇ ਬਾਰੇ। ਸਰ ਫਾਈਨਲੀ ਹੁਣ ਤੁਸੀਂ ਦੱਸੋ। ਦੇਖੋ ਜੀ ਮੜੀਆ ਸਾਹਿਬ, ਨੋ ਡਾਊਟ ਇਹ ਜਿਹੜੀ ਸਮੱਸਿਆ ਆ ਬਹੁਤ ਵੱਡੀ ਸਮੱਸਿਆ ਹੈਗੀ ਆ, ਜਿਹਨੂੰ ਅਸੀਂ ਕਹਿੰਦੇ ਜਨਤਕ ਸਮੱਸਿਆ ਹੈਗੀ। ਹਰ ਇੱਕ ਬੰਦਾ ਇਹ ਫੇਸ ਕਰਦਾ ਵੀ ਜਿਹੜੇ ਸਟੇ ਡੌਗ ਆ, ਸਟੇ ਐਨੀਮਲ ਨੇ, ਪਰ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਸਾਡੇ ਸੈਕਟਰੀ ਸਾਹਿਬ ਨੇ ਦੱਸਿਆ ਵੀ ਅਸੀਂ ਵੇਲੇ ਕੁ ਵੇਲੇ ਟਾਈਮ ਟੂ ਟਾਈਮ ਅਸੀਂ ਪ੍ਰਸ਼ਾਸਨ ਨੂੰ ਸਾਰੇ ਲੈਟਰ ਲਿਖਿਆ, ਆਗਾਹ ਕਰਾਉਂਦੇ ਆ ਵੀ ਸਾਨੂੰ ਬਹੁਤ ਵੱਡੀ ਸਮੱਸਿਆ ਆ ਰਹੀ ਆ, ਪਰ ਫਿਰ ਵੀ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਸਾਨੂੰ ਯਾਨੀ ਕਿ ਜਵਾਬ ਨਹੀਂ ਦਿੱਤਾ। ਪਰ ਫਿਰ ਵੀ ਜੇ ਪ੍ਰਸ਼ਾਸਨ ਸਾਨੂੰ ਕਹੇਗਾ ਵੀ ਅਸੀਂ ਆਹ ਕੰਮ ਕਰਨਾ, ਇਹਨੂੰ ਰੈਡੀਕੇਸ਼ਨ ਵਾਸਤੇ ਵੀ ਅਸੀਂ ਆਹ ਕੰਮ ਕਰਾਂਗੇ, ਅਸੀਂ ਹਰ ਵੇਲੇ ਉਹਨਾਂ ਦੀ ਮਦਦ ਕਰਨ ਲਈ ਤਿਆਰ ਹਾਂ। ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ, ਪਰ ਅਸੀਂ ਇਹ ਵੀ ਨਾਲ ਕਹਾਂਗੇ ਜਿਹੜੇ ਰੈਜ਼ੀਡੈਂਟ ਇੱਥੋਂ ਦੇ ਉਹ ਵੀ ਆਪਣਾ ਕਰਤੱਵ ਅਤੇ ਫਰਜ਼ ਸਮਝਣ ਵੀ ਜਿਹੜੇ ਸਟੇ ਡੌਗ ਆ ਉਹਨਾਂ ਦੇ ਬਾਰੇ ਯਾਨੀ ਕਿ ਜਿੰਨੇ ਵੀ ਰੱਖਿਆ, ਜੋ ਵੀ ਰੱਖਿਆ ਹੈਗਾ, ਉਹ ਉਹਨਾਂ ਨੂੰ ਸੰਭਾਲ ਕੇ ਰੱਖਣ। ਔਰ ਹਰ ਇੱਕ ਨੂੰ ਇਹ ਤਾੜਨਾ ਕੀਤੀ ਜਾਂਦੀ ਆ ਕਿ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣ ਰਿਹਾ ਸਾਡੇ ਸਮਾਜ ਦੇ ਵਿੱਚ, ਇਹ ਨਾ ਬਣਾਇਆ ਜਾਵੇ। ਸਰ ਤੁਸੀਂ ਆਪ ਖੁਦ ਫੋਰਨ ਕੰਟਰੀ ਜਾਂਦੇ ਰਹਿੰਦੇ ਹੋ ਵਰਲਡ ਵਾਈਡ, ਔਰ ਉੱਥੇ ਦੇ ਜਿਹੜੇ ਰੂਲਸ ਹੈਗੇ ਆ, ਇੱਥੇ ਤੁਹਾਡੇ ਜਿਹੜੇ ਪਰਿਵਾਰਿਕ ਮੈਂਬਰ ਜਿਹੜੀ ਅਰਬਨ ਸਟੇਟ ਤੁਹਾਡਾ ਪਰਿਵਾਰ ਹੈ ਇਸ ਟਾਈਮ, ਇਹ ਨਿਭਾ ਨਹੀਂ ਰਿਹਾ, ਇਹਦੇ ਬਾਰੇ ਕੁਛ ਉਹਨਾਂ ਨੂੰ ਸੰਦੇਸ਼? ਇਹਦੇ ਬਾਰੇ ਸੰਦੇਸ਼ ਇਹ ਹੋਇਆ ਵੀ ਉਹਨਾਂ ਨੂੰ ਆਪਣੀ ਫਰਜ਼ ਸਮਝਣਾ ਚਾਹੀਦਾ ਵੀ ਇਹ ਜਿਹੜੀ ਸਮੱਸਿਆ, ਬਾਹਰ ਜਾ ਕੇ ਲੋਕ ਤਾਂ ਬਿਲਕੁਲ ਹੋ ਜਾਂਦੇ ਵੀ ਅਸੀਂ ਨਾਲ ਜਦੋਂ ਡੌਗੀ ਨੂੰ ਘੁਮਾਉਣ ਜਾਣਾ, ਨਾਲ ਸਭ ਕੁਝ ਲੈ ਕੇ ਜਾਣਾ ਵੀ ਰੋਡ 'ਤੇ ਨਾ ਪਿਸ ਕਰੇ, ਪਰ ਇੱਥੇ ਅਸੀਂ ਵੇਲੇ ਕੁ ਵੇਲੇ ਸਾਰਿਆਂ ਨੂੰ ਦੱਸਦੇ ਹਾਂ, ਪਰ ਫਿਰ ਵੀ ਇਹ ਜਿਹੜੇ ਵਸਨੀਕ ਨੇ ਇਹ ਸਾਡਾ ਸਾਥ ਨਹੀਂ ਦੇ ਰਹੇ ਸਰ ਜੀ। ਹਾਂ, ਪਰ ਅਸੀਂ ਫਿਰ ਇਹਨਾਂ ਨੂੰ ਜਾਣੀ ਕਿ ਅਪੀਲ ਕਰਦੇ ਹਾਂ ਬਈ ਤੁਸੀਂ ਕਮੇਟੀ ਦਾ ਸਾਥ ਦਿਓ, ਅਸੀਂ ਤੁਹਾਡਾ ਸਾਥ ਦੇਵਾਂਗੇ ਤਾਂ ਕਿ ਆਪਣਾ ਇਸ ਤਰ੍ਹਾਂ ਦਾ ਵਾਤਾਵਰਨ ਸਾਫ ਸੁਥਰਾ ਅਤੇ ਸੁਥਰਾ ਰਹੇ। ਇਸ ਟਾਈਮ ਮੇਰੇ ਨਾਲ ਜਿਹੜੇ ਡੌਗ ਓਨਰਸ ਨੇ ਔਰ ਨਾਲ ਉਹ ਖੁਦ ਕਮੇਟੀ ਮੈਂਬਰਸ ਨੇ, ਉਹ ਜੁੜ ਚੁੱਕੇ ਨੇ, ਉਹ ਆਪਣਾ ਪੱਖ ਦੱਸਣਗੇ। ਹਾਂਜੀ ਸਰ, ਨਮਸਕਾਰ। ਨਮਸਕਾਰ ਜੀ। ਸਰ ਤੁਸੀਂ ਪਲੀਜ਼ ਆਪਣਾ ਪੱਖ ਦੱਸੋ, ਜੋ ਐਲੀਗੇਸ਼ਨ ਲੱਗ ਰਹੇ ਆ ਉਹਦੇ ਬਾਰੇ। ਦੇਖੋ ਜੀ, ਡੌਗ ਜਿਹੜੇ ਹੈ ਅਸੀਂ ਉਹਨਾਂ ਨੂੰ ਆਪਣਾ ਮੈਂਬਰ ਫੈਮਿਲੀ ਸਮਝਦੇ ਹਾਂ। ਅਸੀਂ ਉਹ ਪੈਟ ਰੱਖੇ ਆ, ਉਹਨਾਂ ਨੂੰ ਬਕਾਇਦਾ ਰੱਸੀ ਪਾ ਕੇ ਲਿਜਾਈਦਾ ਹੈ ਔਰ ਗ੍ਰੀਨ ਬੈਲਟ 'ਤੇ ਲੈ ਕੇ ਜਾਂਦਾ। ਕਦੀ ਸੜਕਾਂ 'ਤੇ ਪੋਟੀ ਨਹੀਂ ਕਰਾਈ ਜਾਂ ਸੁਸੂ ਨਹੀਂ ਕਰਾਈਦਾ। ਔਰ ਗ੍ਰੀਨ ਬੈਲਟ ਕਿਹੜੀ ਹੈ ਜਿੱਥੇ ਕੋਈ ਚੱਲ ਨਹੀਂ ਸਕਦਾ, ਇੰਨੀ ਨਹੀਂ ਕਹਾਵਤ ਚੱਕੀ ਹੈ, ਘਟਾਉਂਦੇ ਆ ਉਗ ਜਾਂਦੀ ਹੈ। ਇੱਦਾਂ ਹੀ ਕਹਿਣਾ ਚਾਹੁੰਦੇ, ਤਾਂ ਕੁਛ ਕਹਿੰਦੇ ਨਹੀਂ ਉਹਨਾਂ ਨੂੰ। ਬੜੇ ਸਾਡੇ ਪੀਸ ਲਵਰ ਕੁੱਤੇ ਵਿਚਾਰੇ ਨਾ ਭੌਂਕਦੇ, ਹੋਰ ਅਸੀਂ ਦੱਸੋ ਕੀ ਕਰ ਸਕਦੇ। ਉਹ ਕਹਿੰਦੇ ਤੁਸੀਂ ਖਵਾਉਂਦੇ ਪਿਲਾਉਂਦੇ ਬਹੁਤ, ਤੇ ਉਹ ਬਾਹਰ ਆ ਕੇ ਬੜਾ ਖਲੇਰਾ ਪਾਉਂਦੇ ਆ। ਸਟੇ ਡੌਗ ਜ਼ਿਆਦਾ ਪਾਉਂਦੇ ਜੀ। ਸਟੇ ਡੌਗ ਜਿਹੜੇ ਪੈਟ ਐਨੀਮਲ ਉਹ ਨਹੀਂ ਜ਼ਿਆਦਾ, ਬਿਲਕੁਲ ਨਹੀਂ। ਉਹਦੇ ਲੋਕੀ ਲੈ ਕੇ ਜਾਂਦੇ ਬਾਹਰ, ਉਹ ਨਾ ਰੈਜ਼ੀਡੈਂਸ ਵੱਲ ਜਾਂਦੇ ਹੀ ਨਹੀਂ ਹੈ। ਮੇਨ ਰੋਡ ਜਿਹੜੀ ਬਣੀ ਹੈ ਰਾਊਂਡ, ਉੱਥੇ ਜਾਂਦੇ ਜਾਂ ਪਾਰਕਿੰਗ ਦੇ ਅੰਦਰ ਜੀ। ਹਾਂਜੀ ਸਰ, ਤੁਸੀਂ ਦੱਸੋ ਪਲੀਜ਼ ਇਹਦੇ ਬਾਰੇ ਆਪਣਾ ਪੱਖ ਦਿਓ। ਨਮਸਕਾਰ ਸਰ। ਪਹਿਲਾਂ ਮੇਰੀ ਇਹ ਰਾਏ ਹੈ ਵੀ ਜਿੰਨੇ ਸਟਰੀਟ ਡੌਗ ਦੀ ਪ੍ਰੋਬਲਮ ਇਸ ਟਾਈਮ ਹੈਗੀ ਆਪਣੇ ਅਰਬਨ ਸਟੇਟ 'ਚ, ਉਹ ਸਾਰੀ ਪ੍ਰੋਬਲਮ ਸਾਡੇ ਅਰਬਨ ਸਟੇਟ ਵਾਸੀਆਂ ਨੇ ਹੀ ਕ੍ਰੀਏਟ ਕੀਤੀ ਹੋਈ ਹੈ। ਉਹ ਕਿਸ ਤਰੀਕੇ ਨਾਲ ਕ੍ਰੀਏਟ ਕੀਤੀ ਹੈ ਕਿ ਹਰ ਘਰ ਦੇ ਬਾਹਰ ਦੇਖੋ ਜਾ ਕੇ ਤੁਸੀਂ ਬ੍ਰੈਡ ਸਵੇਰੇ ਪਈ ਹੁੰਦੀ ਹੈ, ਦੁੱਧ ਪਾਇਆ ਹੁੰਦਾ ਔਰ ਇੱਕ ਉੱਚ ਪਾਣੀ ਪਾਇਆ ਹੁੰਦਾ ਲੋਕਾਂ ਨੇ। ਉਹ ਕੁੱਤੇ ਸ਼ਾਮ ਨੂੰ 5-5 6-6 ਕੁੱਤੇ ਬੈਠ ਕੇ ਉੱਥੇ ਰੋਟੀ ਵੀ ਖਾਂਦੇ ਨੇ, ਦੁੱਧ ਵੀ ਪੀਂਦੇ ਨੇ, ਪੋਟੀ ਵੀ ਕਰਦੇ, ਗੰਦ ਵੀ ਪਾਉਂਦੇ ਨੇ। ਇਹ ਅਵਾਰਾ ਕੁੱਤਿਆਂ ਵਾਸਤੇ ਕਿ ਆਪਣੇ ਪਾਲਤੂਆਂ ਵਾਸਤੇ ਕਰਦੇ ਆ? ਨਹੀਂ, ਅਵਾਰਾ ਕੁੱਤਿਆਂ ਵਾਸਤੇ, ਸਟਰੀਟ ਡੌਗ ਵਾਸਤੇ। ਜਿਹੜੇ ਸਟਰੀਟ ਡੌਗ ਨੇ ਅਵਾਰਾ ਕੁੱਤੇ ਉਹਨਾਂ ਵਾਸਤੇ, ਜਿਹੜੇ ਜਿਨ੍ਹਾਂ ਲੋਕਾਂ ਨੇ ਜੇ 15-20 ਕੁੱਤੇ ਹੋਣਗੇ ਮੇਰੇ ਖਿਆਲ ਅਰਬਨ ਸਟੇਟ 'ਚ ਮੈਕਸੀਮਮ ਮੇਰਾ ਖਿਆਲ ਹੈ, ਜਿਨ੍ਹਾਂ ਨੇ ਪਾਲਤੂ ਕੁੱਤੇ ਰੱਖੇ ਹੋਏ ਨੇ। ਪਰ ਕੋਈ ਵੀ ਬੰਦਾ ਜਿਹੜਾ ਇਹ ਜਿਹਾ ਪਾਗਲ ਜਾਂ ਮੈਂ ਨਹੀਂ ਕਹਿ ਸਕਦਾ ਬੰਦਾ ਅਨਪੜ੍ਹ ਬੰਦਾ ਹੋਏਗਾ ਕਿ ਜਿਹੜਾ ਕੁੱਤੇ ਨੂੰ ਰੋਡ ਦੇ ਉੱਪਰ ਜਾ ਕੇ ਪੋਟੀ ਕਰਾਏਗਾ ਜਾਂ ਕਿਸੇ ਘਰ ਦੇ ਕੇ ਕਰਾਏਗਾ ਜਾਂ ਕਿਸੇ ਤੋਂ ਉੱਦਾਂ ਪ੍ਰੋਬਲਮ ਕ੍ਰੀਏਟ ਕਰੇਗਾ। ਔਰ ਜਿੰਨੇ ਵੀ ਪਾਲਤੂ ਕੁੱਤੇ ਨੇ, ਜੇ ਤਾਂ ਮੇਰੇ ਖੁਦ ਪਾਲਤੂ ਕੁੱਤਾ, ਮੈਂ ਕਹਿੰਦਾ, ਮੈਂ ਕਿਸੇ ਦੀ ਗੱਲ ਨਹੀਂ ਕਰਦਾ। ਅਸੀਂ ਜਦੋਂ ਉਹਨੂੰ ਸ਼ਾਮ ਨੂੰ ਘੁਮਾਉਣ ਜਾਂਦੇ ਹਾਂ, ਕਿਸੇ ਟਾਈਮ ਵੀ ਐਨੀ ਟਾਈਮ ਲੈ ਜਾਂਦੇ ਹਾਂ, ਅਸੀਂ ਉਹ ਤਾਂ ਰੋਡ ਲੈ ਜਾਂਦੇ, ਨਾ ਕਿ ਔਨ ਦਾ ਰੋਡ ਲੈ ਜਾਂਦੇ ਹਾਂ। ਔਰ ਨਾ ਕਿਸੇ ਦੇ ਘਰ ਦੇ ਕੇ ਕਰਾਉਂਦੇ ਕਿਸੇ ਦੇ, ਕਿਉਂ ਸਾਨੂੰ ਅੱਜ ਅਸੀਂ ਕਿਸੇ ਦੇ ਘਰ ਕਰਾਵਾਂ, ਸਾਨੂੰ ਕੱਲ੍ਹ ਨੂੰ ਪ੍ਰੋਬਲਮ ਆਏਗੀ। ਅਸੀਂ ਵੀ ਸਾਡੇ ਘਰ ਅਸੀਂ ਲੜਾਈ ਝਗੜਾ ਕਰਾਂਗੇ। ਪਰ ਜਿਹੜੇ ਕਰਾਉਂਦੇ ਆ ਉਹਨਾਂ ਬਾਰੇ? ਹਾਂ ਦੇਖੋ, ਮੈਂ ਉਹਨਾਂ ਬਾਰੇ ਕੁਝ ਕਹਿ ਨਹੀਂ ਸਕਦਾ। ਕਰਾਉਂਦੇ ਨੇ ਤੇ ਉਹਨਾਂ ਨੂੰ ਇਹ ਹੈ ਕਿ ਉਹਨਾਂ ਨੂੰ ਵੀ ਕਾਮਨ ਸੈਂਸ ਹੋਣੀ ਚਾਹੀਦੀ ਹੈ ਕਿ ਇਹ ਜਿਹਾ ਗਲਤ ਕੰਮ ਨਾ ਕਰੋ। ਥੋੜ੍ਹਾ ਜਿਹਾ ਆਪਣੇ ਅਰਬਨ ਸਟੇਟ ਦਾ ਸਫਾਈ ਦਾ ਖਿਆਲ ਰੱਖੋ, ਆਪਣੇ ਆਂਢ ਗੁਆਂਢ ਦਾ ਖਿਆਲ ਰੱਖੋ। ਔਰ ਉਹਦੇ ਵਾਸਤੇ ਮੈਂ ਇਹੀ ਕਹਿਣਾ ਚਾਹੁੰਦਾ, ਇਹ ਚੀਜ਼। ਹਾਂਜੀ ਮਨਾੜੂ ਜੀ, ਤੁਸੀਂ ਆਪਣਾ ਪੱਖ ਦੱਸੋ। ਮੇਰਾ ਤਾਂ ਇਸ ਤਰ੍ਹਾਂ ਜੀ ਕਹਿਣ ਵੀ, ਜਦੋਂ ਅਸੀਂ ਇੱਥੇ ਆਏ ਹਾਂ ਉਦੋਂ ਬਹੁਤ ਹੀ ਕੁਝ ਜ਼ਿਆਦਾ ਆਬਾਦੀ ਹੈ ਨਹੀਂ ਸੀ, ਆਈਸੋਲੇਟਡ ਸੀਗਾ ਏਰੀਆ ਇਹ, ਅਤੇ ਸਿਕਿਉਰਿਟੀ ਵੀ ਉਦੋਂ
ਪ੍ਰੋਵਾਈਡ ਨਹੀਂ ਸੀ ਕੀਤੀ ਹੋਈ ਜਿਸ ਤਰ੍ਹਾਂ ਅੱਜ ਹੈ ਜੀ। ਤੋ ਉਦੋਂ ਇੱਕ ਤਰ੍ਹਾਂ ਦੀ ਇਹ ਨੈਸੈਸਿਟੀ ਸੀਗੀ ਕਿ ਹਰ ਇੱਕ ਬੰਦਾ ਜਿਹੜਾ ਹੈਗਾ ਉਹ ਆਪਣੇ ਘਰ ਦੇ ਵਿੱਚ ਪੈਟ ਡੌਗ ਰੱਖੇ ਤਾਂ ਕਿ ਉਹਦੀ ਘਰ ਦੀ ਜਿਹੜੀ ਹੈਗੀ ਆ ਸਾਂਭ ਸੰਭਾਲ ਤਰੀਕੇ ਨਾਲ ਹੋ ਸਕੇ। ਦੂਸਰੀ ਜਿਹੜੀ ਗੱਲ, ਹੁਣ ਜਿਹੜੀ ਮੇਰੇ ਕੋਲ 2 ਡੌਗ ਸੀਗੇ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਪਾਲਿਆ ਔਰ ਚੰਗੀ ਤਰ੍ਹਾਂ ਮੇਨਟੇਨ ਕੀਤਾ। ਉਹਨੂੰ ਜਦੋਂ ਬਾਹਰ ਲੈ ਕੇ ਵੀ ਜਾਂਦੇ ਸੀ, ਬਕਾਇਦਾ ਉਹਨਾਂ ਦੇ ਲੀਸ ਵਗੈਰਾ ਪਾ ਕੇ ਤਰੀਕੇ ਨਾਲ 1 ਬਾਈ 1 ਉਹਨਾਂ ਨੂੰ ਲੈ ਕੇ ਜਾਣਾ ਦੂਰ ਤੱਕ, ਤੇ ਕਦੀ ਉਹਨਾਂ ਨੂੰ ਅਸੀਂ ਕੋਸ਼ਿਸ਼ ਨਹੀਂ ਸੀ ਕੀਤੀ ਵੀ ਉਹ ਸੜਕ ਦੇ ਉੱਤੇ ਪੋਟੀ ਕਰਨ ਜਾਂ ਕੁਛ ਕਰਨ। ਇਹਨਾਂ ਦਾ ਸਿਖਾਏ, ਬਕਾਇਦਾ ਟ੍ਰੇਨਿੰਗ ਦਿੱਤੀ ਉਹਨਾਂ ਡੌਗ ਜਿਹੜਾ ਹੈਗਾ ਉਹਦਾ ਇੱਕ ਹੀ ਨਹੀਂ ਮਾਨਾ, ਤੁਸੀਂ 2 ਰੱਖੇ? ਅਸੀਂ 2 ਰੱਖੇ ਸੀ ਇਸੇ ਕਰਕੇ ਕਿ ਸਾਡਾ ਘਰ ਹੈ ਉਹ ਬਿਲਕੁਲ ਆਈਸੋਲੇਟਡ ਹੈ, ਕਿਸੇ ਨਾਲ ਕਨੈਕਟਡ ਨਹੀਂ ਹੈ। ਇੱਕ ਤਰ੍ਹਾਂ ਦੇ ਸੀ ਜਿੱਦਾਂ ਬਿਲਕੁਲ ਜਿਸ ਤਰ੍ਹਾਂ ਫਾਰਮ ਹਾਊਸ ਤੇ ਬੈਠੇ ਹੁੰਦੇ ਅਸੀਂ ਇਸ ਤਰ੍ਹਾਂ ਬੈਠੇ ਸੀਗੇ। 2 ਰੱਖੇ ਸੀ ਇਸ ਲਈ। ਤੋ ਉਹਦੇ ਨਾਲ ਸਾਨੂੰ ਸਹੂਲਤ ਬਹੁਤ ਰਹੀ, ਬੜੇ ਨਿਸ਼ਚਿੰਤ ਹੋ ਕੇ ਅਸੀਂ ਆਪਣਾ ਟਾਈਮ ਜਿਹੜਾ ਬਿਤਾਇਆ। ਤੋ ਅਨਫੋਰਚੂਨੇਟਲੀ ਇੱਕ ਨੂੰ ਇੱਥੇ ਸਾਡੇ ਕਿਸੇ ਰੈਜ਼ੀਡੈਂਟ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ, ਤੇ ਪਰ ਚਲੋ ਉਹ ਤਾਂ ਆਪਣੇ ਜਿਹੜੇ ਅਰਬਨ ਸਟੇਟ ਦੇ ਵਾਸੀ ਸੀਗੇ ਉਹਨਾਂ ਸਾਰਿਆਂ ਨੇ ਵਿੱਚ ਪੈ ਕੇ ਉਹਦਾ ਸਾਡਾ ਫੈਸਲਾ ਵਗੈਰਾ ਕਰਵਾਤਾ ਸੀ। ਪਰ ਅਸੀਂ ਫਿਰ ਵੀ ਉਹਨੂੰ ਬਹੁਤ ਪੋਜ਼ੀਟਿਵਲੀ ਲਿਆ। ਅਸੀਂ ਬਹੁਤਾ ਉਹਦੇ 'ਤੇ ਐਕਸ਼ਨ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਚਲੋ ਜੋ ਹੋਣਾ ਸੀ ਉਹ ਹੋ ਗਿਆ। ਪਰ ਜਿਹੜੀ ਗੱਲ ਹੈਗੀ ਆ ਇਸ ਵੇਲੇ ਵੀ ਆਪਣੇ ਜਿਹੜੇ ਪੈਟ ਡੌਗ ਹੈਗੇ ਉਹਨਾਂ ਨੂੰ ਬਾਹਰ ਲਿਜਾ ਕੇ ਅਸੀਂ ਗੰਦ ਪਾਈਏ, ਜੇ ਕਰੀਏ ਕਰੋ। ਜਿਹਨੇ ਵੀ ਰੱਖਿਆ ਹੋਇਆ ਕੋਸ਼ਿਸ਼ ਉਹਦੀ ਇਹੋ ਹੀ ਹੁੰਦੀ ਹੈ ਵੀ ਉਹਨਾਂ ਨੂੰ ਲੀਸ ਪਾ ਕੇ ਰੱਖੀਏ, ਤੇ ਇਹੋ ਜਿਹੀ ਜਗ੍ਹਾ 'ਤੇ ਉਹਨਾਂ ਨੂੰ ਮਤਲਬ ਜੇ ਪੋਟੀ ਵੀ ਉਹਨਾਂ ਕਰਨੀ ਹੈ ਉਹੋ ਜਿਹੀ ਜਗ੍ਹਾ 'ਤੇ ਲਿਜਾ ਕੇ ਉਹਨਾਂ ਨੂੰ ਖੜੇ ਕਰੀਏ ਤੇ ਉੱਥੇ ਪੋਟੀ ਕਰ ਲੈਣ। ਹੋਆ ਕੋਸ਼ਿਸ਼ ਤਾਂ ਮੈਕਸੀਮਮ ਲੋਕਾਂ ਦੀ ਇਹੋ ਹੀ ਹੁੰਦੀ ਹੈ, ਪਰ ਅਨਫੋਰਚੂਨੇਟਲੀ ਕਿਸੇ ਵੇਲੇ ਕੋਈ ਇਹੋ ਜਿਹੀ ਗੱਲ ਹੋ ਜਾਂਦੀ ਹੈ ਤੇ ਸਾਨੂੰ ਬਹੁਤਾ ਸੀਰੀਅਸਲੀ ਲੈਣਾ ਨਹੀਂ ਚਾਹੀਦਾ। ਮੈਂ ਸਮਝਦਾ ਬਹੁਤਾ ਸੀਰੀਅਸ ਨਹੀਂ ਲੈਣਾ ਚਾਹੀਦਾ। ਹੁਣ ਅਵਾਰਾ ਕੁੱਤੇ ਜਿਹੜੇ ਹੈ ਉਹ ਤੇ ਥਾਂ ਉਹਨਾਂ ਤੇ ਦੇਖਣਾ ਹੀ ਨਹੀਂ ਕੋਈ ਨਾ, ਸੜਕ ਤੇ ਵੀ ਕਰ ਦੇਣੀ ਹੈ, ਇੱਧਰ ਉੱਧਰ ਵੀ ਕਰ ਦੇਣੀ ਹੈ। ਇਹੀ ਅਲਫਾਜ਼ ਤੁਹਾਡਾ ਜਿਹੜਾ ਤੁਸੀਂ ਬਿਆਨ ਬੋਲ ਰਹੇ ਹੋ, ਇੱਕ ਲੇਡੀ ਨੇ ਕਿਹਾ ਕਿ ਅਸੀਂ ਜੋ ਤੁਸੀਂ ਬਿਆਨ ਹੁਣ ਬੋਲਿਆ ਕਿ ਹਾਂ ਵੀ ਅਵਾਰਾ ਕੁੱਤਿਆਂ ਦਾ ਕੀ ਕੀਤਾ ਜਾਏਗਾ, ਪਾਲਤੂ ਦੀ ਗੱਲ ਤਾਂ ਕਰ ਲਈ ਹੈ। ਅਵਾਰਾ ਕੁੱਤਿਆਂ ਦਾ ਆਪਾਂ ਕੁਝ ਵੀ ਨਹੀਂ ਕਰ ਸਕਦੇ, ਕੁਝ ਵੀ ਨਹੀਂ ਕਰ ਸਕਦੇ। ਜੇ ਅਸੀਂ ਈਵਨ ਉਹਨਾਂ ਦੇ ਪੱਥਰ ਵੀ ਨਹੀਂ ਮਾਰ ਸਕਦੇ। ਜੋ ਉੱਥੇ ਨਿਊਸੈਂਸ ਕਰਦੇ ਤੁਹਾਡੇ ਘਰ ਦੇ ਮੂਹਰੇ ਆ ਕੇ ਅਸੀਂ ਕਿੱਦਾਂ ਪੱਥਰ ਮਾਰ ਦਈਏ? ਕੋਈ ਗੜਬੜ ਹੋ ਗਈ ਦੂਸਰੇ ਬੰਦੇ ਨੇ ਉਸੇ ਵੇਲੇ ਹੀ ਸ਼ਿਕਾਇਤ ਕਰ ਦੇਣੀ ਹੈ, ਫਸੇ ਫਿਰਾਂਗੇ। ਤੋ ਇਹਨਾਂ ਬਾਰੇ ਇਸ ਕਾਨੂੰਨ ਜਿਹੜੇ ਹੈਗੇ ਉਹ ਸਾਡੇ ਇੰਡੀਆ ਦੇ ਕਾਨੂੰਨ ਜਿਹੜੇ ਔਰ ਬਾਹਰਲੇ ਕਾਨੂੰਨ 'ਚ ਬੜਾ ਫਰਕ ਹੈ ਜੀ, ਬਹੁਤ ਫਰਕ ਹੈ। ਹਾਂਜੀ, ਤੇ ਉੱਥੇ ਤਾਂ ਤੁਸੀਂ ਸਭ ਕੁਝ ਹੀ ਕਰ ਸਕਦੇ ਹੋ ਜੀ ਜੀ, ਪਰ ਇੱਥੇ ਤੁਸੀਂ ਕੁਝ ਵੀ ਨਹੀਂ ਕਰਦੇ, ਤੁਹਾਡੇ ਹੱਥ ਬੱਧੇ ਆ ਜੀ। ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਤੁਸੀਂ ਹੁਣ ਇਹਨਾਂ ਦੇ ਸਾਰਿਆਂ ਦੇ ਵਿਚਾਰ ਦੇਖੇ ਆ, ਪੱਖ ਵੀ ਵੇਖ ਲਿਆ, ਤੇ ਹੁਣ ਦੇਖਦੇ ਹਾਂ ਅੱਗੋਂ ਕੀ ਹੁੰਦਾ ਹੈ। ਮੈਂ ਸੌਰਵ ਮੜੀਆ, 19 ਨਿਊਜ਼ TV ਨਾਲ ਮਨਜੀਤ ਕੌਰ।